ਸਤਿਨਾਮ ਸ੍ਰੀ ਵਾਹਿਗੁਰੂ ਜੀਓ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ। ਧੰਨ ਧੰਨ ਬਾਜਾਂ ਵਾਲੇ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਜੀ। ਧੰਨ ਧੰਨ ਭਗਤ ਕਬੀਰ ਜੀਓ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਹੈ। ਸਤਿਗੁਰਾਂ ਦੇ ਪ੍ਰਕਾਸ਼ ਦਿਵਸ ਦੀ ਸਮੂਹ ਸਾਧ ਸੰਗਤਾਂ ਨੂੰ ਬਹੁਤ 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 ਵਧਾਈ ਹੋਵੇ। ਗੁਰੂ ਸਾਰੇ ਖਾਲਸਾ ਜੀ ਜਦੋਂ ਇਸ ਧਰਤੀ ਤੇ ਅੰਧੇਰਾ ਛਾ ਗਿਆ, ਜਦੋਂ ਕੂੜ ਅਮਾਵਸ ਸੱਚ ਚੰਦਰਮਾ, ਜਦੋਂ ਕੂੜ ਦੀ ਮੱਸਿਆ ਲੱਗੀ ਤੇ ਸੱਚ ਦਾ ਚੰਦਰਮਾ ਜਿਹੜਾ ਨਹੀਂ ਦਿਸ ਰਿਹਾ, ਉਸ ਵੇਲੇ ਇਸ ਧਰਤੀ ਨੇ ਪੁਕਾਰ ਕੀਤੀ ਤੇ ਫਿਰ ਨਿਰੰਕਾਰ ਆਪ ਇਸ ਧਰਤੀ ਤੇ ਆਇਆ। ਇਸ ਧਰਤੀ ਤੇ ਆ ਕੇ ਆਪਣਾ ਨਾਮ ਨਾਨਕ ਰਖਵਾਇਆ। ਸੋ ਗੁਰੂ ਸਾਰੇ ਖਾਲਸਾ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਅੱਜ ਅਵਤਾਰ ਦਿਹਾੜਾ ਹੈ। ਸਿੱਖ ਪੰਥ ਦੇ ਬਾਨੀ, ਜਿਨ੍ਹਾਂ ਨੇ ਭੁੱਲੀ ਭਟਕੀ ਦੁਨੀਆ ਨੂੰ ਕਰਾਹੇ ਤੋਂ ਹਟਾ ਕੇ ਸਿੱਧੇ ਰਾਹ ਪਾਇਆ, ਉਹਨਾਂ ਦੀ ਅਵਤਾਰ ਦਿਹਾੜੇ ਦੀ ਇੱਕ ਵਾਰ ਫਿਰ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜੀ। ਆਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਨਾਲ ਜੁੜੀਏ ਜੀ। ਗੌੜੀ ਭਗਤ ਕਬੀਰ ਜੀ। ਕਬੀਰ ਸਾਹਿਬ ਗੌੜੀ ਰਾਗ ਵਿੱਚ ਕਹਿੰਦੇ ਹਨ, ਇਕ ਓਂਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਰਾਗ ਗੌੜੀ ਵਾਰ ਕਬੀਰ ਜੀਓ ਕੇ। ਰਾਗ ਗੌੜੀ ਵਿੱਚ ਭਗਤ ਕਬੀਰ ਜੀ ਦੀ ਬਾਣੀ ਵਾਰ ਬਾਰ ਬਾਰ ਹਰ ਕੇ ਗੁਣ ਗਾਵੋ। ਗੁਰ ਗਮ ਭੇਦ ਸਵਰ ਕਾ ਪਾਵੋ। ਰਾਓ, ਮੈਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦਾ ਹਾਂ। ਭਾਵ ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਹੀ ਪਰਮਾਤਮਾ ਨੂੰ ਮਿਲਣ ਦਾ ਸਹੀ ਤਰੀਕਾ ਹੈ। ਗੁਰੂ ਦੇ ਚਰਨਾਂ ਵਿੱਚ ਅੱਪੜ ਕੇ ਮੈਂ ਇਹ ਭੇਦ ਲੱਭ ਲਿਆ ਹੈ ਕਿ ਜਿਸ ਨਾਲ ਪਰਮਾਤਮਾ ਨੂੰ ਮਿਲ ਸਕੀਦਾ ਹੈ। ਗੁਰੂ ਸਾਰੇ ਖਾਲਸਾ ਜੀ ਰਾਹ ਵਾਲੀ ਪੰਕਤੀ ਹੈ। ਥੋੜਾ ਜਿਹਾ ਵਿਸ਼ਰਾਮ ਦੇ ਕੇ ਉਸ ਨੂੰ ਵਿਚਾਰ ਕੇ ਅੱਗੇ ਚੱਲਣਾ ਹੁੰਦਾ ਹੈ ਜੀ। ਆਦਿਤ ਕਰੈ ਭਗਤ ਆਰੰਭ। ਬਾਰ ਬਾਰ ਹਰ ਕੇ ਗੁਣ ਗਾ ਕੇ ਜੋ ਮਨੁੱਖ ਪਰਮਾਤਮਾ ਦੀ ਭਗਤੀ ਸ਼ੁਰੂ ਕਰਦਾ ਹੈ, ਕਾਇਆ ਮੰਦਿਰ ਮਨਸਾ ਥੰਬ। ਉਸ ਭਗਤੀ, ਉਹ ਭਗਤੀ ਜਿਹੜੀ ਆ, ਇਸ ਦੇ ਸਰੀਰ ਘਰ ਨੂੰ ਥੰਮੀ ਦਾ ਕੰਮ ਦਿੰਦੀ ਹੈ। ਐਨਿਸ ਖੰਡ ਸੁਰਹੀ ਜਾਏ ਤੋ ਅਨਹਦ ਬੈਣ ਸਹਿਜ ਮੈਂ ਬਾਏ। ਉਸ ਦੇ ਮਨ ਦੇ ਫੁਰਨਿਆਂ ਨੂੰ ਸਹਾਰਾ ਦਿੰਦੀ ਹੈ। ਭਾਵ ਉਸ ਦੇ ਗਿਆਨ ਇੰਦਰੇ ਤੇ ਮਨ ਦੇ ਫੁਰਨੇ ਭਟਕਣੋਂ ਹਟ ਜਾਂਦੇ ਨੇ। ਭਗਤੀ ਨਾਲ ਸੰਬੰਧਿਤ ਹੋਈ ਉਸ ਦੀ ਸੁਰਤ ਦਿਨ ਰਾਤ ਲਗਾਤਾਰ ਪ੍ਰਭੂ ਚਰਨਾਂ ਵਿੱਚ ਜੁੜੀ ਰਹਿੰਦੀ ਹੈ।
ਤਦੋਂ ਅਡੋਲਤਾ ਵਿੱਚ ਟਿਕਣ ਕਰਕੇ ਮਨ ਦੇ ਅੰਦਰ ਮਾਨੋ ਇੱਕ ਰਸ ਬੰਸਰੀ ਵੱਜਦੀ ਹੈ। ਸੋਮਵਾਰ ਸਸ ਅੰਮ੍ਰਿਤ ਚੜੇ, ਚਾਖਤ ਬੇਗ ਸਗਲ ਬੇਖਾਰੇ। ਇੱਥੇ ਭਗਤ ਜੀ ਕਹਿ ਰਹੇ ਹਨ ਕਿ ਬਾਰ-ਬਾਰ ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਮਨੁੱਖ ਦੇ ਮਨ ਵਿੱਚ ਸ਼ਾਂਤੀ ਠੰਡ ਦਾ ਅੰਮ੍ਰਿਤ ਵਰਦਾ ਹੈ। ਇਹ ਅੰਮ੍ਰਿਤ ਚੱਖਣ ਨਾਲ ਮਨ ਤੁਰੰਤ ਸਾਰੇ ਵਿਕਾਰ ਦੂਰ ਕਰ ਦਿੰਦਾ ਹੈ। ਬਾਣੀ ਰੋਕਿਆ ਰਹਿ ਦਵਾਰ, ਤੋ ਮਨ ਮਤਵਾਰੈ ਪੀਵਣ ਹਾਰ। ਸਤਿਗੁਰ ਦੀ ਬਾਣੀ ਦੀ ਬਰਕਤ ਨਾਲ ਮਨੁੱਖ ਦਾ ਵਿਕਾਰਾਂ ਵੱਲੋਂ ਰੋਕਿਆ ਹੋਇਆ ਮਨ ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈ ਅਤੇ ਮਸਤ ਹੋਇਆ ਮਨ ਉਸ ਅੰਮ੍ਰਿਤ ਨੂੰ ਪੀਂਦਾ ਰਹਿੰਦਾ ਹੈ। ਮੰਗਲਵਾਰ ਲੈ ਮਾਹੀਤ, ਬਾਰ-ਬਾਰ ਹਰ ਦੇ ਗੁਣ ਗਾ ਕੇ, ਪ੍ਰਮਾਤਮਾ ਦੇ ਗੁਣ ਗਾ ਕੇ ਮਨੁੱਖ ਆਪਣੇ ਮਨ ਦੇ ਦੁਆਲੇ ਸਿਰਫ ਸਲਾਹ ਦਾ ਮਾਨੋ ਕਿਲਾ ਬਣਾ ਲੈਂਦਾ ਹੈ। ਪੰਜ ਚੋਰ ਕੀ ਜਾਣੇ ਰੀਤ, ਜਿਹੜੇ ਪੰਜ ਚੋਰ ਨੇ ਨਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜਾਂ ਚੋਰਾਂ ਦਾ ਜਿਹੜਾ ਹੱਲਾ ਕਰਨ ਦਾ ਢੰਗ ਹੈ ਇਹਨੂੰ ਸਮਝ ਲੈਂਦਾ ਹੈ ਤੇ ਫਿਰ ਇਹਨਾਂ ਦਾ ਹੱਲਾ ਨਹੀਂ ਹੋਣ ਦਿੰਦਾ, ਇਹਨਾਂ ਦਾ ਵਾਰ ਨਹੀਂ ਹੋਣ ਦਿੰਦਾ। ਘਰ ਛੋੜੇ ਬਾਹਰ ਜਿਨ ਜਾਏ, ਨਾ ਤੁਰ ਖੜਾ ਰਿਸੇ ਹਰਾਏ। ਹੇ ਭਾਈ, ਤੂੰ ਵੀ ਐਸੇ ਕਿਲੇ ਨੂੰ ਛੱਡ ਕੇ ਬਾਹਰ ਨਾ ਜਾਈਂ, ਭਾਵ ਕਿ ਆਪਣੇ ਮਨ ਨੂੰ ਬਾਹਰ ਭਟਕਣ ਨਾ ਦੇਈਂ, ਨਹੀਂ ਤੇ ਪਤਾ ਕੀ ਹੋਊਗਾ, ਨਹੀਂ ਤੇ ਤੇਰਾ ਜਿਹੜਾ ਮਨ ਹੈ ਨਾ ਵਿਕਾਰਾਂ ਵਿੱਚ ਪੈ ਕੇ ਬੜਾ ਦੁਖੀ ਹੋਵੇਗਾ। ਬੁੱਧਵਾਰ ਬੁੱਧ ਕਰੇ ਪ੍ਰਗਾਸ, ਹਿਰਦੇ ਕਮਲ ਮੈਂ ਹਰ ਕਾ ਬਾਸ। ਬਾਰ-ਬਾਰ ਹਰ ਕੇ ਗੁਣ ਗਾ ਕੇ ਮਨੁੱਖ ਆਪਣੀ ਸੂਝ ਵਿੱਚ ਪ੍ਰਭੂ ਦੇ ਨਾਮ ਦਾ ਚਾਨਣ ਪੈਦਾ ਕਰ ਲੈਂਦਾ ਹੈ। ਆਪਣੇ ਹਿਰਦੇ ਰੂਪੀ ਕਮਲ ਵਿੱਚ ਪ੍ਰਮਾਤਮਾ ਦਾ ਨਿਵਾਸ ਬਣਾ ਲੈਂਦਾ ਹੈ। ਗੁਰ ਮਿਲ ਦੋ ਏਕ ਸਮ ਧਰੇ, ਉਰਦ ਪੰਖ ਲੈ ਸੁਦਾ ਕਰੇ। ਸਤਿਗੁਰੂ ਨੂੰ ਮਿਲ ਕੇ ਆਤਮਾ ਤੇ ਪ੍ਰਮਾਤਮਾ ਦੀ ਸਾਂਝ ਬਣਾ ਦਿੰਦਾ ਹੈ ਤੇ ਮਾਇਆ ਵੱਲੋਂ ਪਰਤੇ ਮਨ ਨੂੰ ਵਸ ਵਿੱਚ ਕਰਕੇ ਪ੍ਰਮਾਤਮਾ ਦੇ ਸਪੁਰਦ ਕਰ ਦਿੰਦਾ ਹੈ, ਪ੍ਰਮਾਤਮਾ ਦੇ ਸਨਮੁਖ ਕਰ ਦਿੰਦਾ ਹੈ। ਬ੍ਰਹਸਪਤ ਵਿਖਿਆ ਦੇਵ ਆਏ, ਤੀਨ ਦੇਵ ਏਕ ਸੰਗ ਲਾਏ। ਬਾਰ-ਬਾਰ ਪ੍ਰਮਾਤਮਾ ਦੇ ਗੁਣ ਗਾ ਕੇ ਮਨੁੱਖ ਮਾਇਆ ਦੇ ਪ੍ਰਭਾਵ ਨੂੰ ਸਿਰਫ ਸਲਾਹ ਦੇ ਪ੍ਰਭਾਵ ਵਿੱਚ ਰੋੜ ਦਿੰਦਾ ਹੈ ਤੇ ਮਾਇਆ ਦੇ ਤਿੰਨੇ ਹੀ ਜਿਹੜੇ ਗੁਣ ਨੇ, ਇਹ ਜਿਹੜੇ ਬਲੀ ਗੁਣ ਨੇ ਜਿਨ੍ਹਾਂ ਦਾ ਬੜਾ ਬਲ ਹੈ, ਇਹਨਾਂ ਨੂੰ ਇੱਕ ਪ੍ਰਭੂ ਦੀ ਯਾਦ ਵਿੱਚ ਲੀਨ ਕਰ ਦਿੰਦਾ ਹੈ। ਤੀਨ ਨਦੀ ਤੈ ਤ੍ਰਿਕੁਟੀ ਮਾਏ, ਐਨਸ ਕਸਮਲ ਧੋਵੈ ਨਾਏ। ਜੋ ਲੋਕ ਸਿਰਫ ਸਲਾਹ ਛੱਡ ਕੇ ਮਾਇਆ ਦੀ ਖਿੱਚ ਵਿੱਚ ਰਹਿੰਦੇ ਨੇ, ਉਹ ਮਾਇਆ ਦੀਆਂ ਤ੍ਰੈ ਗੁਣ ਨਦੀਆਂ ਵਿੱਚ ਹੀ ਗੋਤੇ ਖਾਂਦੇ ਹਨ, ਦਿਨ ਰਾਤ ਮੰਦ ਕਰਮ ਕਰਦੇ ਹਨ, ਸਿਰਫ ਸਲਾਹ ਤੋਂ ਵਾਂਝੇ ਰਹਿਣ ਕਰਕੇ ਉਹਨਾਂ ਨੂੰ ਧੋਂਦੇ ਨਹੀਂ ਹਨ। ਸੋ ਕਿਰਤ ਸਹਾਰੇ ਸੋਏ ਵਰਤ ਚੜੇ, ਅੰਦਨ ਆਪ ਆਪ ਸਿਉ ਲੜੇ। ਬਾਰ-ਬਾਰ ਪਰਮਾਤਮਾ ਦੇ ਗੁਣ ਗਾ ਕੇ ਮਨੁੱਖ ਇਸ ਸਿਲਸਿਲਾ ਦੀ ਨੇਕ ਕਮਾਈ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦਾ ਹੈ ਅਤੇ ਇਸ ਔਖੀ ਘਾਟੀ ਉੱਤੇ ਚੜ੍ਹਦਾ ਹੈ ਕਿ ਹਰ ਵੇਲੇ ਆਪਣੇ ਆਪ ਨਾਲ ਲੜਾਈ ਕਰਦਾ ਹੈ, ਭਾਵ ਆਪਣੇ ਮਨ ਨੂੰ ਮੁੜ-ਮੁੜ ਵਿਕਾਰਾਂ ਵੱਲ ਜਾਣ ਤੋਂ ਰੋਕਦਾ ਹੈ। ਸੁਰਖੀ ਪਾਂਚੋ ਰਾਖੇ ਸਭੇ, ਤ੍ਰੋਦਿਸ ਨਾ ਪੈਸੇ ਕਬੇ। ਪੰਜਾਂ ਹੀ ਗਿਆਨ ਇੰਦਰੀਆਂ ਨੂੰ ਵਸ ਵਿੱਚ ਰੱਖਦਾ ਹੈ
ਤਦੋਂ ਕਿਸੇ ਉੱਤੇ ਵੀ ਕਦੋਂ ਉਸ ਦੀ ਮੇਲ ਤੇਰ ਦੀ ਨਿਗਾਹ ਨਹੀਂ ਪੈਂਦੀ, ਕਦੇ ਉਸ ਉੱਤੇ ਮੇਲ ਤੇ ਤੇਰ ਦੀ ਨਿਗਾਹ ਨਹੀਂ ਪੈਂਦੀ। ਠਾਵੁਰ ਥਿਰ ਕਰ ਰਾਖੇ ਸੋਏ, ਜੋਤ ਦੀ ਵੱਟੀ ਕਟ ਮੈਂ ਜੋਏ। ਬਾਰ ਬਾਰ ਪ੍ਰਮਾਤਮਾ ਦੇ ਗੁਣ ਗਾ ਕੇ ਮਨੁੱਖ ਉਸ ਜੋਤ ਨੂੰ ਆਪਣੇ ਅੰਦਰ ਸਾਂਭ ਕੇ ਰੱਖਦਾ ਹੈ। ਰੱਬੀ ਨੂਰ ਦੀ ਜੋ ਸੋਹਣੀ ਜਿਹੀ ਨਿੱਕੀ ਜਿਹੀ ਜੋਤ ਹੈ, ਉਹ ਹਰੇਕ ਹਿਰਦੇ ਵਿੱਚ ਹੁੰਦੀ ਹੈ। ਬਾਹਰ ਭੀਤਰ ਪਿਆ ਪ੍ਰਗਾਸ, ਤਬ ਹੋਆ ਸਗਲ ਕਰਮ ਕਾ ਨਾਸ। ਉਸ ਦੀ ਬਰਕਤ ਨਾਲ ਉਸ ਦੇ ਅੰਦਰ ਬਾਹਰੋਂ ਜੋਤ ਦਾ ਹੀ ਪ੍ਰਕਾਸ਼ ਹੋ ਜਾਂਦਾ ਹੈ। ਭਾਵ ਉਸ ਨੂੰ ਆਪਣੇ ਅੰਦਰ ਤੇ ਸਾਰੀ ਸ੍ਰਿਸ਼ਟੀ ਵਿੱਚ ਵੀ ਇੱਕੋ ਪਰਮਾਤਮਾ ਦੀ ਜੋਤ ਦਿਸਦੀ ਹੈ। ਤੇ ਜਦੋਂ ਇਸ ਅਵਸਥਾ ਵਿੱਚ ਉੱਪੜ ਜਾਂਦਾ ਨਾ, ਤੇ ਇਸ ਅਵਸਥਾ ਵਿੱਚ ਉੱਪੜ ਕੇ ਉਸ ਦੇ ਪਿਛਲੇ ਕੀਤੇ ਸਾਰੇ ਕਰਮਾਂ ਦਾ ਨਾਸ਼ ਹੋ ਜਾਂਦਾ ਹੈ। ਜਬ ਲਗ ਘਟ ਮਹੀਂ ਦੂਜੀ ਆਣ, ਤੋਲੋ ਮਹਲ ਨਾ ਲਾਂਬੇ ਜਾਣੂ। ਪਰ ਜਦੋਂ ਤੱਕ ਮਨੁੱਖ ਦੇ ਮਨ ਵਿੱਚ ਦੁਨਿਆਵੀ ਇੱਜ਼ਤ ਆਦਿਕ ਦੀ ਵਾਸ਼ਨਾ ਹੈ, ਤਦ ਤੱਕ ਉਹ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜ ਨਹੀਂ ਸਕਦਾ। ਰਮਤ ਰਾਮ ਸਿਉ ਲਾਗੋ ਰੰਗ, ਕਹਿ ਕਬੀਰ ਤਬ ਨਿਰਮਲ ਅੰਗ। ਪਰਮਾਤਮਾ ਦਾ ਸਿਮਰਨ ਕਰਦਿਆਂ ਕਰਦਿਆਂ ਪਰਮਾਤਮਾ ਦੇ ਨਾਲ ਪਿਆਰ ਬਣ ਜਾਂਦਾ ਹੈ। ਤੇ ਕਬੀਰ ਸਾਹਿਬ ਕਹਿੰਦੇ ਹਨ ਕਿ ਤਦੋਂ ਸਰੀਰ ਜਿਹੜਾ ਪਵਿੱਤਰ ਹੋ ਜਾਂਦਾ ਹੈ। ਰਾਗ ਗੌੜੀ ਚੇਤੀ ਬਾਣੀ ਨਾਮ ਦਿਓ ਜੀ ਕੀ। ਰਾਗ ਗੌੜੀ ਛੇਤੀ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਇੱਕ ਹੈ ਤੇ ਸਤਿਗੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ। ਦੇਵਾ ਪਾਹਨ ਤਾਰਿਅਲ, ਰਾਮ ਕਹਿਤ ਜਨ ਕਸ ਨਾ ਤਰੇ ਰਾਓ। ਹੇ ਦੇਵ, ਹੇ ਪ੍ਰਭੂ, ਮੈਨੂੰ ਪੱਥਰ ਕਹਿਣ ਲੱਗਾ ਕਿ ਹੇ ਪ੍ਰਮਾਤਮਾ, ਹੇ ਪ੍ਰਭੂ, ਤੂੰ ਪੱਥਰ ਵੀ ਸਮੁੰਦਰ ਉੱਤੇ ਤਾਰ ਦਿੱਤੇ ਜਿਨ੍ਹਾਂ ਉੱਤੇ ਤੇਰਾ ਰਾਮ ਨਾਮ ਲਿਖਿਆ ਗਿਆ ਸੀ। ਭਲਾ ਉਹ ਮਨੁੱਖ ਸੰਸਾਰ ਸਮੁੰਦਰ ਤੋਂ ਕਿਉਂ ਨਹੀਂ ਤਰਨਗੇ ਜੋ ਤੇਰਾ ਨਾਮ ਸਿਮਰਦੇ ਹਨ। ਰਾਹ ਵਾਲੀ ਪੰਕਤੀ ਹੈ, ਤਾਰੀ ਲੈ ਗਨਕਾ ਬਿਨ ਰੂਪ ਕੁਬਜਾ, ਵਿਆਦ ਅਜ਼ਾ ਮਲ ਤਾਰੀਅਲੇ। ਹੇ ਪ੍ਰਭੂ, ਤੂੰ ਮੰਦ ਕਰਮਣ ਵੇਸਵਾ ਵਿਕਾਰਾਂ ਤੋਂ ਬਚਾ ਲਈ। ਤੂੰ ਕਰੂਪ ਕੁਬਜਾ ਦਾ ਖੋਜ ਦੂਰ ਕੀਤਾ। ਤੂੰ ਵਿਕਾਰਾਂ ਵਿੱਚ ਗਲੇ ਹੋਏ ਅਜ਼ਾਮਾਲ ਨੂੰ ਤਾਰ ਦਿੱਤਾ। ਚਰਨ ਬੰਦਕ ਜਨ ਤੇਊ ਮੁਕਤ ਪੈ। ਕ੍ਰਿਸ਼ਨ ਜੀ, ਤੇਰੇ ਪੈਰਾਂ ਦੇ ਵਿੱਚ ਨਿਸ਼ਾਨਾ ਮਾਰਨ ਵਾਲਾ ਸ਼ਿਕਾਰੀ ਤੇ ਅਜਿਹੇ ਕਈ ਵਿਕਾਰੀ ਬੰਦੇ ਤੇਰੀ ਮਿਹਰ ਦੇ ਨਾਲ ਮੁਕਤ ਹੋ ਗਏ। ਹਉ ਬਲ ਬਲ ਜਿਨ ਰਾਮ ਕੈ। ਮੈਂ ਸਦਕੇ ਹਾਂ ਉਹਨਾਂ ਤੋਂ ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ। ਦਾਸੀ ਸੁਤ ਜਨ ਬਿਦਰ ਸੁਅਮ ਦਾਮਾ, ਦਾਸੀ ਸੁਤ ਜਨ ਬਿਦਰ ਸੁਦਾਮਾ, ਉਗਰ ਸੈਨ ਕੋ ਰਾਜ ਦੀਏ। ਹੇ ਪ੍ਰਭੂ, ਗੋਲੀ ਦਾ ਪੁੱਤਰ ਬਿਦਰ ਤੇਰਾ ਭਗਤ ਪ੍ਰਸਿੱਧ ਹੋਇਆ। ਤੂੰ ਸੁਦਾਮੇ ਦਾ ਬਿਦਰ ਕੱਟਿਆ, ਉਗਰ ਸੈਨ ਨੂੰ ਰਾਜ ਦਿੱਤਾ। ਜਪਹੀਨ ਤਪਹੀਨ ਕੁਲਹੀਨ ਕਰਮਹੀਨ, ਨਾਮੇ ਕੇ ਸੁਆਮੀ ਤੇ ਉਤਰੇ। ਨਾਮਦੇਵ ਜੀ ਕਹਿਣ ਲੱਗੇ ਕਿ ਹੇ ਸੁਆਮੀ, ਤੇਰੀ ਕਿਰਪਾ ਨਾਲ ਉਹ ਤਰ ਗਏ ਹਨ ਜਿਨ੍ਹਾਂ ਨੇ ਕੋਈ ਜਪ ਨਹੀਂ ਕੀਤਾ, ਕੋਈ ਤਪ ਨਹੀਂ ਸਾਧਿਆ, ਜਿਨ੍ਹਾਂ ਦੀ ਕੋਈ ਉੱਚੀ ਕੁਲ ਨਹੀਂ ਸੀ ਅਤੇ ਕੋਈ ਚੰਗਾ ਅਮਲ ਨਹੀਂ ਸੀ। ਉਹ ਵੀ ਤੇਰੀ ਕਿਰਪਾ ਦੇ ਨਾਲ ਤਰ ਗਏ ਹਨ।
राग गौड़ी रविदास जी की, पद्दे गौड़ी गवाररी। गौड़ी राग विच भगत रविदास जी दी बंदा वाली बाणी, राग गौड़ी गवाररी। एक ओंकार सतगुर प्रसाद, अकाल पुरख एक है जिसका नाम होंद वाला है, जो सृष्टि का रचनहार है ते जो सतगुरु की कृपा नाल मिलता है। मेरी संगत पोच सोच दिन राती, मेरा कर्म कुटलता जन्म कुबाती। हे प्रभु दिन रात मैनू इहो सोच रहिंदी है, मेरा की बनेगा। माड़ियां दे नाल बहन सहन करके मेरा मंदियां दे नाल बहन खलोण है। मेरा खोटा कर्म है, मेरा जन्म भी नीवीं जात विच है। राम गुसैया जी के जीवना, मोए ना बसारो मैं जन तेरा। रहो गुसैया, हे गुसाई, हे धरती दे साईं, हे राम, हे मेरे वाहिगुरु, हे मेरे परमात्मा, हे मेरे राम। धरती दे साए, हे मेरी जिंद दे आसरे, मैनू ना विसारी, मैं तेरा दास हाँ। मेरी हरहू विपत जन करहू सुबाई, चरण न छाडू शरीर कल जाई। हे परमात्मा, मेरी ये विपता कट, मैनू सेवक नू चंगी भावना वाला बना लै। चाहे मेरे शरीर की सत्या भी चली जाए, राम जी मैं तेरे चरण नहीं छड्डांगा। कौ रविदास, कौ रविदास परों तेरी सांबा, बेग मिलो जन करे ना बुलांबा। रविदास साहब कहते ने कि हे परमात्मा, मैं तेरी शरण पिया हाँ, मैनू सेवक नू छेती मिल, ढिल ना कर। बेगमपुर सैर को नाओ, दुख दोहू नहीं तै ठाओ। बेगम बेगम, जिथे कोई गम नहीं। जिस आत्मक अवस्था रूप शहर विच मैं वसदा हाँ, उस शहर का नाम बेगमपुरा है। पर इस अवस्था विच भाव के ये भाव है कि इस अवस्था विच कोई गम नहीं पहुँच सकता। उस स्थान ना कोई दुख है, ना चिंता है, तो ना कोई घबराहट है। ना तसवीस खराज न माल, खौफ न खता न तरस जवाल। उथे दुनिया वाली जायदाद नहीं, तो ना ही उस जायदाद नूं मसूल है। उस अवस्था में किसी पाप कर्म करन दा खतरा नहीं, कोई डर नहीं, कोई गिरावट नहीं। अब मोहे खूब वतन गए पाई, उहा खैर सदा मेरे भाई राव। हे मेरे वीर, हुण मैं वसन लई सोहनी थां लभ लई है। वो थां जिहड़ी मैं लभी है ना, उस थां ते सदा सुख ही सुख है। कैम दैम सदा पातशाही, दो मुना सेम एक सो आई। उच्ची वो आत्मक अवस्था एक ऐसी पातशाही है जो सदा ही टिकी रहने वाली है। दूजा तीजा दर्जा इत्थे नहीं है, सब इको जै हन। आबादान सदा मशहूर, ओ गणी बसै मामूर। ओ शहर सदा उगा है ते वसता है। उत्थे धनी ते राजे होए बंदे वसते हैं, जिन्ने राजे सारे रजे हुए हैं। उस आत्मिक दर्जे ते जो अपड़ते हैं, उन्हां दे अंदर कोई वितकरा नहीं रहिंदा,
ਤੇ ਉਹਨਾਂ ਨੂੰ ਦੁਨੀਆ ਦੀ ਭੁੱਖ ਨਹੀਂ ਰਹਿੰਦੀ। ਤਿਉਂ ਤਿਉਂ ਸੈਲ ਕਰੇ ਜਿਉਂ ਭਾਵੈ, ਮਰਹਮ ਮੈਲ ਨਾ ਕੋ ਅਟਕਾਵੈ। ਉਸ ਆਤਮਿਕ ਸ਼ਹਿਰ ਵਿੱਚ ਆਪਣੇ ਹੋਏ ਬੰਦੇ ਉਸ ਅਵਸਥਾ ਵਿੱਚ ਆਨੰਦ ਨਾਲ ਵਿਚਰਦੇ ਹਨ। ਉਹ ਉਸ ਰੱਬੀ ਮਹਿਲ ਦੇ ਭੇਤੀ ਹੁੰਦੇ ਨੇ। ਇਸ ਵਾਸਤੇ ਕੋਈ ਉਹਨਾਂ ਦੇ ਰਾਹ ਵਿੱਚ ਰੋਕ ਨਹੀਂ ਪਾ ਸਕਦਾ। ਕਹਿ ਰਵਿਦਾਸ ਖਲਾਸ ਤੁਮਾਰਾ, ਸੋ ਹਮ ਸਹਿਰੀ ਸੋ ਮੀਤ ਹਮਾਰਾ। ਹੁਣ ਤਸ਼ਰੀਫ ਹੀ ਸਾਧਕ ਤੋਂ ਖਲਾਸੀ ਪਾ ਲਈ, ਦੁੱਖਾਂ ਤੋਂ ਖਲਾਸੀ ਪਾ ਲਈ। ਰਵਿਦਾਸ ਸਾਹਿਬ ਕਹਿੰਦੇ ਨੇ ਕਿ ਮੈਂ ਚੁਮਿਆਰ ਕਹਿੰਦਾ ਹਾਂ। ਰਵਿਦਾਸ ਚੁਮਿਆਰ ਆਖਦਾ ਹੈ ਕਿ ਤਸ਼ਫੀਸ ਆਦਿਕ ਤੋਂ ਖਲਾਸੀ ਪਾ ਲਈ ਹੋਈ ਹੈ। ਸਾਡਾ ਮਿੱਤਰ ਉਹ ਹੈ ਜੋ ਸਾਡਾ ਸਤਸੰਗੀ ਹੈ, ਜਿਸ ਨੇ ਦੁੱਖਾਂ ਅੰਦਰੋਂ ਖਲਾਸੀ ਪਾਈ ਹੋਈ ਹੈ, ਜਿਹਨੇ ਦੁੱਖਾਂ ਤੋਂ ਖਲਾਸੀ ਪਾ ਲਈ, ਉਹੀ ਸਾਡਾ ਮਿੱਤਰ ਹੈ। ਸੋ ਗੁਰੂ ਸਵਾਰੇ ਖਾਲਸਾ ਜੀ, ਭਗਤ ਰਵਿਦਾਸ, ਭਗਤ ਨਾਮਦੇਵ ਜੀ ਦੀ ਬਾਣੀ ਜੋ ਅੱਜ ਆਈ ਸੀ, ਆਪਾਂ ਇਸ ਦਾ ਪਾਠ ਕੀਤਾ ਹੈ। ਪਾਠ ਕਰਦਿਆਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਮਾਫੀ ਮੰਗ ਕੇ ਹੁਣ ਸਮਾਪਤੀ ਹੈ ਜੀ। ਹੇ ਨਿਰੰਕਾਰ, ਹੇ ਪ੍ਰਭੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤੇਰੀ ਅਗਾਧ ਬੋਧ ਬਾਣੀ ਪੜ੍ਹਦਿਆਂ ਹੋਇਆਂ ਦਾਸਰੇ ਕੋਲੋਂ ਅਨੇਕਾਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਤੇ ਭੁੱਲਣਹਾਰ ਬੱਚਾ ਸਮਝ ਕੇ ਮਾਫ ਕਰ ਦੇਣਾ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਬਲਬੁੱਧੀ ਬਖਸ਼ਿਸ਼ ਕਰਨਾ। ਆਦੀਆਂ ਵਿਆਦੀਆਂ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਕੇ ਆਪਣੇ ਭਜਨ ਦਾ ਪ੍ਰਤਾਪ ਬਖਸ਼ਿਸ਼ ਕਰਨਾ। ਸਹੀ ਪਿਆਰੇ ਗੁਰਮੁਖ ਆਦਮੀ ਮਿਲਣਾ, ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਸਵਾਰੀ ਸਾਧ ਸੰਗਤ ਜੀ, ਇੱਥੇ ਹੁਣ ਦਾਸ ਖਿਮਤ ਦਾ ਜੱਥ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਪੁਰਬ ਦੀ ਸੰਗਤਾਂ ਨੂੰ ਇੱਕ ਵਾਰ ਫੇਰ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।